श्री नानक पाद पंकज बंदन पाद पंकज बंदना सिमरांगद दोख निकंदन अमरदास गुर हृदय त्यावां श्री गुरु रामदास गुण गावां श्री अर्जन विघ्न के नाशक विघ्न के नाशक हर गोविंद सुख सुमत पारकाशक श्री हर राय नामो कार जोरी नमो कार जोरी गुर हर के साना मनाए गहोरी तेग बहादुर परम कृपाला परम कृपाला श्री गुरु गोबिंद सिंह विसाला तारा तारा पर पुन पुन सीसा पुन पुन सीसा बंदो बार बार जगदीसा जिसमें है अमृत ज्ञान है माणक भगत वैराग श्री गुरु ग्रंथ साहिब उदद बंदो कर अनुराग श्री गुर शब्द कमाए जैन जीते पंच विकार तिन संतन का बंदना सिर चरणन पर धार एक ओंकार सतगुरु तिह प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए सतनाम श्री वाहिगुरु साहिब जी बहादुर माजियो गुरु जी आनंदे लयो जाप गाढ़ो तज तीर वृंदे कहो जोध सो जाग कीने बडेरे नहीं अगर जाओ पिखो वीर भिरे महायुद्ध मान्यो गुरु जी आनंदे चगर शतर तख्त के मालिक गुरता गद्दी उपर सुभायमान दसां पातशाहियां दे आत्मिक स्वरूप
ਜੁਗੋ ਜੁਗ ਅਟਲ। ਹਾਜ਼ਰਾ ਹਜੂਰ ਜਾਹਰਾ ਜਹੂਰ। ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਜੋਤੀ ਸਰੂਪ। ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਾਰੇ ਉਪਕਾਰੀ। ਮੇਰੀ ਪੀਰੀ ਦੇ ਮਾਲਕ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਮੁਬਾਰਕ ਚਰਨ ਪ੍ਰਾਪਤ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਗੁਰੂਸਰ ਸਾਹਿਬ ਵਿਖੇ ਸੰਧਿਆ ਦੇ ਪਾਵਨ ਪਵਿੱਤਰ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਲਵਾ ਰਹੀ ਨਤਮਸਤਕ ਹੋ ਰਹੀ ਸਮੂਹ ਗੁਰੂ ਕੀ ਸੰਗਤ ਜੀ, ਵਡਭਾਗੀਆਂ ਜੋ ਇਸ ਸਮਾਂ ਸਤਿਗੁਰਾਂ ਦੇ ਹਜ਼ੂਰ ਜੁੜ ਕੇ ਸਫਲ ਹੋ ਰਿਹਾ ਹੈ। ਆਪ ਸਰਬੱਤ ਸੰਤਾਂ ਨੇ ਸਤਿਗੁਰਾਂ ਦੇ ਪਵਿੱਤਰ ਦਰਸ਼ਨ, ਗੁਰਬਾਣੀ ਦੇ ਰਸ ਭਿੰਨੇ ਸ਼ਬਦਾਂ ਦੇ ਕੀਰਤਨ, ਸੋਦਰ ਸ੍ਰੀ ਰਹਿਰਾਸ ਸਾਹਿਬ ਜੀ ਦੇ ਅੰਮ੍ਰਿਤ ਜਾਪ, ਸ਼੍ਰੀ ਮੁਖ ਵਾਕ ਸ਼ਰਵਣ ਕਰਕੇ ਲਾਭ ਖੱਟਿਆ ਹੈ। ਸਮਾਂ ਹੈ ਸਤਿਗੁਰਾਂ ਦੇ ਪਾਵਨ ਪਵਿੱਤਰ ਇਤਿਹਾਸ ਦੀ ਵਿਚਾਰ ਦਾ। ਸੋ ਆਓ ਪਾਵਨ ਪਵਿੱਤਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਬਖਸ਼ਿਸ਼ ਗੁਰ ਫਤਿਹ ਵਿੱਚ ਸਾਂਝ ਪਾਓ, ਰਸਨਾ ਸਫਲਾਓ, ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਗੇ ਆ ਰਹੇ ਪ੍ਰਸੰਗ ਨੂੰ ਆਰੰਭ ਕਰਨ ਤੋਂ ਪਹਿਲਾਂ ਕੱਲ੍ਹ ਵਾਲਾ ਵਿਚਾਰਿਆ ਹੋਇਆ ਪ੍ਰਸੰਗ ਸੰਖੇਪ ਮਾਤਰ ਦੁਹਰਾਈਏ ਤਾਂ ਕਿ ਲੜੀ ਜੁੜ ਜਾਵੇ। ਲਲਾ ਬੇਗ ਨੇ ਆਪਣੇ ਪੁੱਤਰ ਸ਼ਮਸ਼ ਬੇਗ ਨੂੰ ਮ੍ਰਿਤਕ ਨੂੰ ਵੇਖ ਕੇ ਜੰਗ ਦੇ ਵਿੱਚ ਉਹਦਾ ਸਿਰ ਧੜ ਦੇ ਨਾਲੋਂ ਜੁਦਾ ਹੋਇਆ ਤੱਕਿਆ। ਇਹ ਬੜੇ ਭਾਰੀ ਰੋਸ਼ ਦੇ ਵਿੱਚ ਆਇਆ। ਪਹਿਲਾਂ ਬੜਾ ਦੁੱਖ ਮਹਿਸੂਸ ਕੀਤਾ, ਵਰਲਾਪ ਕਰਨ ਲੱਗਾ, ਰੋਣ ਲੱਗਾ ਔਰ ਕਹਿੰਦਾ ਹੈ ਇਹ ਖੁਦਾ ਨੇ ਕਿਆਮਤ ਢਾਈ ਹੈ, ਨਹੀਂ ਤੇ ਇਸ ਤਰੀਕੇ ਨਾਲ ਮੇਰੇ ਪਰਿਵਾਰ ਦੇ ਬਹਾਦਰ ਮਨੁੱਖਾਂ ਦਾ ਮਰ ਜਾਣਾ, ਜੰਗ ਵਿੱਚ ਖਪ ਜਾਣਾ ਇਹ ਮੁਮਕਿਨ ਨਹੀਂ ਸੀ। ਮੇਰਾ ਭਰਾ, ਮੇਰਾ ਭਣੇਵਾ, ਮੇਰੇ ਦੋਵੇਂ ਪੁੱਤਰ ਐਸੇ ਬਲਵਾਨ ਸੂਰਮੇ ਸਨ ਜਿਨ੍ਹਾਂ ਨਾਲ ਫਰਿਸ਼ਤੇ ਵੀ ਆ ਕਰਕੇ ਜੰਗ ਲੜਦੇ। ਉਹ ਫਰਿਸ਼ਤੇ ਵੀ ਉਹਨਾਂ ਨੂੰ ਜੰਗ ਦੇ ਵਿੱਚ ਜਿੱਤ ਨਾ ਸਕਦੇ, ਮਾਰ ਨਾ ਸਕਦੇ। ਐਸੀਆਂ ਗੱਲਾਂ ਕਹਿ ਕੇ ਉੱਚੀ ਉੱਚੀ ਰੋਣ ਲੱਗਿਆ ਹੈ। ਉਸ ਸਮੇਂ ਇਸ ਦੇ ਪਾਸ ਇਸ ਦਾ ਇੱਕ ਮੁਸਾਹਿਬ ਗੁਲ ਖਾਨ ਖਲੋਤਾ ਸੀ। ਉਸਨੇ ਹੌਸਲਾ ਦਿੱਤਾ ਔਰ ਕਹਿਣ ਲੱਗਾ ਜੰਗ ਦੇ ਵਿੱਚ ਇਹ ਦੋ ਹੀ ਰੀਤੀਆਂ ਹੁੰਦੀਆਂ ਸੂਰਮਿਆਂ ਦੀਆਂ, ਜਾਂ ਤਾਂ ਜੰਗ ਦੇ ਵਿੱਚ ਉਤਰਨ ਤੋਂ ਬਾਅਦ ਜਿੱਤ ਮਿਲਦੀ ਹੈ ਸੂਰਮੇ ਦੇ ਤਾਂ ਹੀ, ਜੇ ਫਤਿਹ ਪ੍ਰਾਪਤ ਨਾ ਹੋਵੇ, ਜਿੱਤ ਨਾ ਮਿਲੇ ਤੇ ਮੌਤ ਪ੍ਰਾਪਤ ਹੁੰਦੀ ਹੈ। ਸੋ ਇਸ ਕਰਕੇ ਹੁਣ ਵਰਲਾਪ ਕਰਨ ਦਾ ਸਮਾਂ ਨਹੀਂ। ਜਾਂ ਤੇ ਫੌਜ ਦੇ ਅੱਗੇ ਹੋ ਕੇ ਲੜ, ਜਿੱਤ ਪ੍ਰਾਪਤ ਕਰ, ਸਤਿਗੁਰਾਂ ਦੇ ਪਾਸੋਂ ਘੋੜੇ ਲੈ, ਤੇਰੀ ਜੋ ਵਡਿਆਈ ਇਸ ਸੰਸਾਰ ਦੇ ਵਿੱਚ ਹੈ, ਜਸ ਹੈ, ਉਸ ਨੂੰ ਬਰਕਰਾਰ ਰੱਖ, ਜਾਂ ਫਿਰ ਰਣ ਭੂਮੀ ਦੇ ਵਿੱਚ ਮੌਤ ਪ੍ਰਾਪਤ ਕਰਕੇ ਸੂਰਮਿਆਂ ਵਾਲੀ ਗਤੀ ਨੂੰ ਪ੍ਰਾਪਤ ਹੋ।
ਇਸ ਨੇ ਆਪਣੀ ਅੱਖਾਂ ਪੂੰਝੀਆਂ, ਆਪਣੇ ਮੁਸਾਹਿਬ ਦੀ ਗੱਲ ਉਚਿਤ ਜਾਣੀ ਔਰ ਆਪਣੀ ਬਾਕੀ ਬਚੀ ਹੋਈ ਫੌਜ ਨੂੰ ਪਿੱਛੇ ਲੈ ਕੇ ਆਪ ਅੱਗੇ ਹੋ ਕੇ ਜੰਗ ਦੇ ਵਿੱਚ ਬੜੇ ਗੁੱਸੇ ਦਾ ਪ੍ਰੇਰਿਆ, ਬੜੇ ਵੀਰ ਰਸ ਦਾ ਪ੍ਰੇਰਿਆ ਕੁੱਦ ਪਿਆ ਹੈ। ਇਧਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਸਾਹਮਣੇ ਵੈਰੀਆਂ ਦੇ ਆ ਰਹੀ ਫੌਜ ਨੂੰ ਵੇਖਿਆ, ਜੋਧ ਸ਼ਾਹ ਦੇ ਤਾਈਂ ਸਤਿਗੁਰਾਂ ਨੇ ਹੁਕਮ ਕੀਤਾ ਕਿ ਤੁਸੀਂ ਜੰਗ ਦੇ ਵਿੱਚੋਂ ਬਾਹਰ ਚਲੇ ਜਾਵੋ, ਕਿਉਂਕਿ ਤੁਸੀਂ ਪਹਿਲਾਂ ਰਾਤ ਦੇ ਜੰਗ ਦੇ ਵਿੱਚ ਮਸ਼ਗੂਲ ਹੋ, ਸਰੀਰ ਤੁਹਾਡਾ ਜ਼ਖਮੀ ਹੈ, ਇਸ ਕਰਕੇ ਜੰਗ ਤੁਸੀਂ ਲੜਨਾ ਨਹੀਂ। ਸਤਿਗੁਰਾਂ ਦਾ ਬਚਨ ਮੰਨ ਕੇ ਜੋਧ ਸ਼ਾਹ ਪਿੱਛੇ ਹਟਿਆ। ਬਾਬਾ ਬਿਧੀ ਚੰਦ ਸਾਹਿਬ ਜੰਗ ਦੇ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਸਨ। ਸਤਿਗੁਰਾਂ ਨੇ ਬਾਬਾ ਬਿਧੀ ਚੰਦ ਸਾਹਿਬ ਦਾ ਸਰੀਰ ਜ਼ਖਮੀ ਵੇਖ ਕੇ ਇਹਨਾਂ ਨੂੰ ਵੀ ਵਰਜ ਦਿੱਤਾ ਹੈ, ਪਰ ਕਹਿਣ ਲੱਗੇ ਹੁਣ ਇਹਨਾਂ ਦੇ ਅੰਤ ਦਾ ਸਮਾਂ ਆ ਗਿਆ ਹੈ, ਇਸ ਕਰਕੇ ਇਹ ਜੰਗ ਅਸੀਂ ਇਹਨਾਂ ਨਾਲ ਆਪ ਲੜਾਂਗੇ, ਤੁਸੀਂ ਖਲੋ ਕਰਕੇ ਦੇਖਣਾ ਹੈ। ਇਹ ਦੋਵੇਂ ਸਿੱਖ ਕਹਿਣ ਲੱਗੇ, ਗਰੀਬ ਨਵਾਜ਼ ਤੁਹਾਡੇ ਸਾਹਮਣੇ ਦੈਤਾਂ ਦੇ ਵਿੱਚੋਂ, ਦੇਵਤਿਆਂ ਦੇ ਵਿੱਚੋਂ ਕੋਈ ਨਹੀਂ ਖਲੋ ਸਕਦਾ, ਫਿਰ ਇਹ ਮਨੁੱਖਾਂ ਦੀ ਵਿਚਾਰਿਆਂ ਦੀ ਕੀ ਸ਼ਕਤੀ ਹੋਈ। ਤੁਸੀਂ ਚਾਹੋ ਇੱਕ ਬਚਨ ਦੇ ਨਾਲ ਤਿੰਨਾਂ ਲੋਕਾਂ ਦੇ ਤਾਈਂ ਮਿਟਾ ਸਕਦੇ ਹੋ, ਫਿਰ ਉਹਨਾਂ ਦੇ ਤਾਈਂ ਬਣਾ ਸਕਦੇ ਹੋ। ਕੋਈ ਮੂਰਖ ਹੈ ਜੋ ਆਪ ਜੀ ਦੇ ਬਚਨ ਦੇ ਉੱਪਰ ਸ਼ੰਕਾ ਕਰੇ। ਇਸ ਤਰੀਕੇ ਦੇ ਨਾਲ ਬਚਨ ਕਰਦਿਆਂ ਬੰਦੂਕਾਂ ਦੀ, ਤੀਰਾਂ ਦੀ, ਨੇਜਿਆਂ ਦੀ ਮਾਰ ਦੇ ਵਿੱਚ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਧਨੁੱਖ ਆਪਣੇ ਕਰ ਕਮਲਾਂ ਦੇ ਵਿੱਚ ਧਾਰਿਆ। ਤਿੱਖੇ ਤੀਰ ਖਿੱਚ ਕੇ ਸਤਿਗੁਰੂ ਸੱਚੇ ਪਾਤਸ਼ਾਹ ਛੱਡਦੇ ਹੈ। ਦੋ ਦੋ ਤਿੰਨਾਂ ਸਰੀਰਾਂ ਨੂੰ ਵਿੰਨ ਕਰਕੇ ਤੀਰ ਆ ਜਿਹੜੇ ਪਾਰ ਪੈਂਦੇ ਹੈ। ਇੱਥੋਂ ਤੱਕ ਆਪਾਂ ਕੱਲ੍ਹ ਪ੍ਰਸੰਗ ਸ਼ਰਵਣ ਕੀਤਾ ਸੀ। ਅੱਗੇ ਜਿਸ ਤਰੀਕੇ ਨਾਲ ਪਾਵਨ ਪਵਿੱਤਰ ਵਿਚਾਰ ਆ ਰਹੀ ਹੈ, ਆਓ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੇ ਪਵਿੱਤਰ ਇਤਿਹਾਸ ਨਾਲ ਜੁੜੀਏ ਜੀ। ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭਾਈ ਟੋਲੇ ਆਗੇ ਰਿਪੂ ਸਮਾਏ। ਇਸ ਤਰੀਕੇ ਦੇ ਨਾਲ ਲਲਾ ਬੇਗ ਦੀ ਅਗਵਾਈ ਦੇ ਵਿੱਚ ਇਹ ਬਾਕੀ ਬਚੇ ਹੋਏ ਜਿਹੜੇ ਸਾਰੇ ਸਮੂਹ ਸੂਰਮੇ ਹੈ, ਤੇ ਸਤਿਗੁਰਾਂ ਦੇ ਸਿੱਖ ਸੂਰਮਿਆਂ ਦੇ ਅੱਗੇ ਫੌਜ ਦੇ ਸਨਮੁਖ ਆ ਗਏ ਹਨ। ਲਲਾ ਬੇਗ ਦੇਖੇ ਗੁਰੂ ਆਪ ਆਏ। ਇੱਧਰ ਲਲਾ ਬੇਗ ਨੇ ਵੇਖਿਆ ਆਪਣੀ ਫੌਜ ਦੀ ਅਗਵਾਈ ਕਰਦੇ ਨੇ ਕਿ ਗਰੀਬ ਨਵਾਜ਼ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਪਣਾ ਸਖਤ ਧਨੁੱਖ ਲੈ ਕਰਕੇ ਆਪਣੇ ਬੜੇ ਘੋੜੇ 'ਤੇ ਸਵਾਰ ਹੋ ਕੇ ਆਪਣੀ ਫੌਜ ਦੀ ਅਗਵਾਈ ਆਪ ਕਰਦਿਆਂ ਹੋਇਆਂ ਜੰਗ ਦੇ ਵਿੱਚ ਉਤਰੇ ਆ, ਸਾਹਮਣੇ ਆ ਗਏ। ਗਾਹੋ ਜਿੰਦ ਜੋ ਭਾਈ ਬਾਦ ਸੋਈ। ਇਹ ਮੂਰਖ ਵਿਚਾਰਦਾ, ਕਹਿੰਦਾ ਜੋ ਮੈਂ ਚਾਹੁੰਦਾ ਸੀ ਹਿਰਦੇ ਦੇ ਵਿੱਚ ਕਿ ਸਤਿਗੁਰੂ ਆਪ ਜੰਗ ਦੇ ਵਿੱਚ ਉਤਰਨ, ਮੇਰੇ ਨਾਲ ਮੁਕਾਬਲਾ ਕਰਨ, ਇਹ ਮੇਰੀ ਉਹੀ ਮਨ ਭਾਉਂਦੀ ਗੱਲ ਬਣੀ ਹੈ। ਸਤਿਗੁਰੂ ਆਪ ਮੇਰੇ ਸਾਹਮਣੇ ਆ ਗਏ ਹਨ। ਅਬੈ ਜੰਗ ਮੇਰੋ ਗੁਰ ਸੰਗ ਹੋਈ। ਹੁਣ ਮੇਰਾ ਇਕੱਲੇ ਦਾ ਜੰਗ ਸਤਿਗੁਰਾਂ ਦੇ ਨਾਲ ਇਕੱਲਿਆਂ ਦਾ ਹੋਏਗਾ ਇੱਥੇ ਮੈਦਾਨ ਦੇ ਵਿੱਚ। ਭਾਇਓ ਟੋਲੇ ਆਗੇ ਗੁਰੂ ਜਨਮ ਨਿਹਾਰੇ। ਜਦੋਂ ਇਹ ਮੁਗਲਾਂ ਦਾ, ਤੁਰਕਾਂ ਦਾ ਟੋਲਾ ਲਲਾ ਬੇਗ ਦੀ ਅਗਵਾਈ ਦੇ ਵਿੱਚ ਅੱਗੇ ਵਧਿਆ, ਸਤਿਗੁਰਾਂ ਵਾਲੇ ਪਾਸੇ ਨੂੰ ਆਇਆ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਜਿਉਂ ਵੇਖਿਆ ਹੈ ਇਹਨਾਂ ਦੇ ਤਾਏ ਲੱਗੇ ਤੀਰ ਤਿੱਖੇ ਧਨ ਐ ਜਮਾਰੇ। ਉਸ ਸਮੇਂ ਆਪਣੇ ਸਖਤ ਧਨੁੱਖ ਨੂੰ ਖਿੱਚਿਆ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ, ਉਸ ਵਿੱਚੋਂ ਖਿੱਚ ਕੇ ਤਿੱਖੇ ਤੀਰਾਂ ਦੀ ਮਾਰ ਇਹਨਾਂ ਮੁਗਲਾਂ ਦੇ ਉੱਪਰ, ਵੈਰੀਆਂ ਦੇ ਉੱਪਰ ਮਚਾ ਦਿੱਤੀ ਹੈ। ਮਯਮ ਅੰਗ ਵਿਦੋ ਲਗੇ ਘਾਵ ਜਾਈ। ਉਸ ਸਮੇਂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੂੰ ਭਾਇਓ ਟੋਲ ਆਗੇ ਗੁਰੂ ਜਿਉਂ ਨਹਾਰੇ। ਸਤਿਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੂੰ ਆਪਣੇ ਟੋਲੇ ਦੀ ਅਗਵਾਈ ਕਰਦਿਆਂ ਅੱਗੇ ਵੇਖਿਆ ਸਿੱਖ ਫੌਜ ਦੇ ਲਲਾ ਬੇਗ ਨੇ। ਇਸ ਨੇ ਤਿੱਖੇ ਤੀਰ ਛੱਡੇ ਸਤਿਗੁਰਾਂ ਦੇ ਘੋੜੇ ਦੇ ਉੱਪਰ, ਔਰ ਸਤਿਗੁਰਾਂ ਦਾ ਘੋੜਾ ਜਿਹੜਾ ਇਸ ਦਾ ਸਰੀਰ ਤਿੱਖੇ ਤੀਰਾਂ ਦੇ ਨਾਲ ਵਿੰਨ ਦਿੱਤਾ ਹੈ, ਜ਼ਖਮੀ ਕਰ ਦਿੱਤਾ ਹੈ ਘੋੜੇ ਦੇ ਤਾਏ। ਉੱਡਿਆ ਸ਼੍ਰੋਣ ਬਿੰਦਨ
ਸੋ ਧਾਰਾ ਚਲਾਈ। ਬਹੁਤ ਭਾਰੀ ਘੋੜੇ ਦੇ ਸਰੀਰ ਦੇ ਵਿੱਚੋਂ ਖੂਨ ਵਹਿੰਦਾ ਹੈ, ਧਤੇਰੀਆਂ ਪੈ ਰਹੀਆਂ ਖੂਨ ਦੀਆਂ, ਤੀਰ ਲੱਗਣ ਦਾ ਕਰਕੇ। ਸੁਹੇਲਾ ਵਿਖਿਓ ਭਾਵ ਲਾਗੇ ਕਨੇਰੇ। ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਪਰਖਿਆ, ਵੇਖਿਆ ਜਿਹੜੇ ਸੁਹੇਲੇ ਘੋੜੇ ਦੇ ਉੱਪਰ ਸਵਾਰ ਸੀ ਕਿ ਇਸ ਇਹ ਘੋੜਾ ਹੈ ਜਿਹੜਾ ਭਾਰੀ ਜ਼ਖਮੀ ਹੋ ਗਿਆ ਹੈ। ਜਿਦੇ ਰੋਸ ਜਾਗਿਓ ਗੁਰੂ ਕੀ ਬੜੇਰੇ। ਉਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਦੇ ਹਿਰਦੇ ਦੇ ਵਿੱਚ ਭਾਰੀ ਵੀਰ ਰਸ ਜਾਗ ਪਿਆ। ਜਿਨੂੰ ਅਗਰ ਚੌਰੇ ਖਤੰਗ ਨਿਸਕਾਰੇ। ਖਤੰਗੰ ਨਿਕਾਸੇ, ਆਪਣੇ ਪੱਥੇ ਦੇ ਵਿੱਚੋਂ ਉਹ ਤਿੱਖੇ ਤੀਰ ਕੱਢੇ ਆ ਖਪਰੇ, ਜਿਨ੍ਹਾਂ ਦੀ ਫਾਲ, ਜਿਨ੍ਹਾਂ ਦੀ ਮੁਖੀ ਹੈ ਜਿਹੜੀ ਬਹੁਤ ਤਿੱਖੀ ਔਰ ਬੜੀ ਭਾਰੀ ਚੌੜੀ ਹੈ। ਕੁਦੰਦੰ ਸਾਧਾਨੇ ਬੇਖੇ ਕੇ ਪ੍ਰਕਾਸੇ। ਔਰ ਆਪਣੇ ਤਿੱਖੇ ਤੀਰ ਸਖਤ ਧਨੁੱਖ ਦੇ ਵਿੱਚੋਂ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਪ੍ਰਹਾਰੇ ਵਾਰ ਕੀਤਾ ਇਹਨਾਂ ਦਾ, ਜਿਹੜੇ ਸੱਪ ਦੇ ਸਮਾਨ ਸ਼ੂਕਦੇ ਹੋਏ ਗਏ ਵੈਰੀ ਦੇ ਉੱਪਰ। ਕਰਿਓ ਜੋਰ ਘੋਰੰ ਲਗਿਓ ਕਾਲ ਹਾਥੰ। ਗਰੀਬ ਨਵਾਜ ਸੱਚੇ ਪਾਤਸ਼ਾਹ ਜਿਸ ਸਮੇਂ ਖਿੱਚਦੇ ਆਪਣੇ ਸਖਤ ਧਨੁੱਖ ਨੂੰ ਜ਼ੋਰ ਕਰਕੇ, ਗਰੀਬ ਨਵਾਜ ਸੱਚੇ ਪਾਤਸ਼ਾਹ ਦਾ ਤੰਦੀ ਵਾਲਾ ਹੱਥ ਹੈ ਜਿਹੜਾ ਕੰਨ ਨੂੰ ਜਾ ਕਰਕੇ ਛੋ ਜਾਂਦਾ ਹੈ। ਐਸੇ ਬਲ ਦੇ ਨਾਲ ਆਪਣੇ ਸਖਤ ਧਨੁੱਖ ਦੇ ਤਾਈਂ ਖਿੱਚਦੇ ਆ ਗਰੀਬ ਨਵਾਜ ਨੇ। ਲਲਾ ਵੇਗ ਸੋਹੇ ਤਜੋ ਵੇਗ ਸਾਥੰ। ਇਸ ਖਿੱਚੇ ਹੋਏ ਜ਼ੋਰ ਵੇਗ ਦੇ ਨਾਲ ਤੀਰ ਦੇ ਤਾਈਂ ਗਰੀਬ ਨਵਾਜ ਨੇ ਲਲਾ ਵੇਗ ਨੂੰ ਸਾਹਮਣੇ ਵੇਖ ਕੇ ਨਿਸ਼ਾਨਾ ਬਣਾਇਆ ਇਸ ਦੇ ਤਾਈਂ, ਔਰ ਇਸ ਦੇ ਉੱਪਰ ਆਪਣੇ ਇਸ ਤਿੱਖੇ ਤੀਰ ਦਾ ਵਾਰ ਕੀਤਾ। ਕਰਿਓ ਕ੍ਰੋਧ ਤੇ ਸ਼ੂਕ ਬਾਣੰ ਮਹਾਨਾ। ਇਹ ਜਿਹੜਾ ਮਹਾਨ ਤਿੱਖਾ ਬਾਣ ਸੀ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਵੀਰ ਰਸ ਦਾ ਬਲ ਦਾ ਪ੍ਰੇਰਿਆ ਹੋਇਆ, ਬੜੇ ਤੇਜ਼ੀ ਦੇ ਨਾਲ ਸ਼ੂਕਦਾ ਹੋਇਆ, ਸ਼ੁਕਾਟੇ ਪਾਉਂਦਾ ਹੋਇਆ ਜਾ ਰਿਹਾ ਹੈ। ਉਡਿਓ ਪੰਖ ਧਾਰੇ ਫਾਨੀ ਕੇ ਸਮਾਨਾ। ਕਹਿੰਦੇ ਮੰਨ ਲਓ ਜਿਸ ਤਰੀਕੇ ਦੇ ਨਾਲ ਕੋਈ ਸੱਪ ਹੋਵੇ, ਫਣੀ ਔਰ ਨਾਗ ਉਹਨੂੰ ਖੰਭ ਲੱਗ ਗਏ ਹੋਣ ਔਰ ਉੱਡ ਰਿਹਾ ਹੋਵੇ, ਉੱਡਣੇ ਸੱਪ ਦੀ ਨਿਆਈ ਇਹ ਤੀਰ ਸਤਿਗੁਰਾਂ ਦੇ ਧਨੁੱਖ ਦੇ ਵਿੱਚੋਂ ਨਿਕਲਿਆ ਹੈ। ਲਗਿਓ ਭਾਲ ਮੈਂ ਤਾਤ ਕਾਰੰ ਪਰਵੇਸ਼ਾ। ਜਾ ਕਰਕੇ ਮੱਥੇ ਦੇ ਵਿੱਚ ਲੱਗਿਆ ਸਤਿਗੁਰਾਂ ਦਾ ਇਹ ਛੱਡਿਆ ਹੋਇਆ ਤੀਰ, ਔਰ ਸਾਰੇ ਦਾ ਸਾਰਾ ਸਰੀਰ ਵਿੱਚ ਪ੍ਰਵੇਸ਼ ਕਰ ਗਿਆ। ਲਲਾ ਵੇਗ ਘੋਰਾ ਬਾਲੀ ਜੋਗ ਸਿੱਖਾ। ਇਹ ਲੱਗਿਆ ਹੈ ਲਲਾ ਬੇਗ ਦੇ ਘੋੜੇ ਦੇ ਮੱਥੇ ਦੇ ਵਿੱਚ, ਸਾਹਮਣੇੋਂ ਬਿਲਕੁਲ, ਜਿਹੜਾ ਬੜਾ ਭਾਰੀ ਬਲੇ ਸੀ, ਬੜਾ ਚੰਚਲ, ਬੜਾ ਬਲਵਾਨ ਘੋੜਾ ਸੀ ਇਸ ਦਾ। ਦੀਨ ਮੋਲੰ ਚਲਾਕੰ ਬੜੇਰਾ। ਇਸ ਨੇ ਬੜੇ ਮਹਿੰਗੇ ਮੁੱਲ ਦਾ ਤਾਰ ਕਰਕੇ, ਬੜਾ ਧਨ ਤਾਰ ਕਰਕੇ ਇਸ ਨੂੰ ਖਰੀਦਿਆ ਸੀ, ਔਰ ਬਹੁਤ ਜ਼ਿਆਦਾ ਚਲਾਕ ਫਰਤੀਲਾ ਘੋੜਾ ਸੀ। ਵਿਸ਼ਾਰੀ ਨਿਕਾਸਿਓ ਪਰੇ ਪਾਰ ਤੇਰਾ। ਐਸੇ ਬਲ ਦੇ ਨਾਲ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਇਹ ਤੀਰ ਛੱਡਿਆ, ਮੱਥੇ ਦੇ ਵਿੱਚ ਦੀ ਪ੍ਰਵੇਸ਼ ਕਰਕੇ ਸਾਰੇ ਸਰੀਰ ਨੂੰ ਵਿੰਨ ਕੇ ਘੋੜੇ ਦੇ ਸਰੀਰ ਦੇ ਵਿੱਚੋਂ ਪਾਰ ਪੈ ਗਿਆ ਹੈ ਸਤਿਗੁਰਾਂ ਦਾ ਛੱਡਿਆ ਹੋਇਆ ਇਹ ਤੀਰ। ਵੱਡਿਓ ਜਾਏ ਭੂਮੈ ਸੋ ਲੋਹੂ ਸੁਰੰਗਾ। ਲੋਹੇ ਦੇ ਨਾਲ ਭਿੱਜਿਆ ਹੋਇਆ, ਲਹੂ ਰੰਗ ਦਾ ਹੋ ਕੇ, ਲਾਲ ਰੰਗ ਦਾ ਹੋ ਕੇ ਘੋੜੇ ਦੇ ਸਰੀਰ ਦੇ ਵਿੱਚ ਦੇ ਨਿਕਲ ਕੇ ਇਹ ਤੀਰ ਧਰਤੀ ਦੇ ਵਿੱਚ ਫਿਰ ਪ੍ਰਵੇਸ਼ ਕਰ ਗਿਆ ਹੈ। ਗਿਰਿਓ ਸਿਖਰ ਘੋਰਾ ਸਜ ਦੀਨ ਚੰਗਾ। ਜਿਹੜਾ ਚੰਗੀ ਜੀਨ ਕਾਠੀ ਦੇ ਨਾਲ ਸਜਿਆ ਹੋਇਆ ਸੀ ਨਾ, ਸੋਹਣੀ ਮਹਿੰਗੇ ਮੁੱਲ ਦੀ ਕਾਠੀ ਪਾ ਕੇ ਸਵਾਰਿਆ ਹੋਇਆ ਇਹ ਘੋੜਾ ਸਤਿਗੁਰਾਂ ਦੇ ਤੀਰ ਦੇ ਵਾਰ ਦੇ ਨਾਲ ਉਸੇ ਸਮੇਂ ਧਰਤੀ ਤੇ ਡਿੱਗ ਪਿਆ ਹੈ। ਲਲਾ ਵੇਗ ਨੇ ਵੇਗ ਤੇ ਆਗ ਦੀਨਾ। ਜਦੋਂ ਵੇਖਿਆ ਹੈ ਆਪਣੇ ਡਿੱਗਦੇ ਹੋਏ ਘੋੜੇ ਨੂੰ, ਮਰਦੇ ਹੋਏ ਨੂੰ, ਲਲਾ ਬੇਗ ਨੇ ਛੇਤੀ ਦੇ ਨਾਲ ਆਪਣੇ ਇਸ ਮਰਦੇ ਘੋੜੇ ਦੀ ਸਵਾਰੀ ਤਿਆਗ ਦਿੱਤੀ, ਇਸ ਤੋਂ ਉਤਰ ਗਿਆ ਹੈ। ਮਹਾਕ੍ਰੋਧ ਤੇ ਤੀਰ ਤੇ ਆਗੇ ਪਰ ਬੀਨਾ। ਔਰ ਇਸ ਚਤਰ ਨੇ, ਚਲਾਕ ਨੇ ਬੜੇ ਗੁੱਸੇ ਦੇ ਨਾਲ ਸਾਹਮਣੇੋਂ ਮੋੜਵੇਂ ਵਾਰ ਤੀਰਾਂ ਦੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਉੱਪਰ ਕੀਤੇ। ਸੁਹੇਲਾ ਅਮੋਲਾ ਤਕਤਾ ਹੈ ਮਾਰਾ। ਇਹ ਵੀ ਸਤਿਗੁਰਾਂ ਦੇ ਘੋੜੇ ਨੂੰ ਨਿਸ਼ਾਨਾ ਬਣਾਉਂਦਾ ਹੈ। ਹੁਣ ਸੁਹੇਲੇ ਘੋੜੇ ਨੂੰ ਤੱਕ ਤੱਕ ਕੇ ਤੀਰਾਂ ਦੇ ਵਾਰ ਕਰਦਾ ਹੈ ਉੱਪਰ। ਗਇਓ ਵੀਦ ਆਗੋ ਸਤਾਬੀ ਪ੍ਰਹਾਰ। ਔਰ ਇਸ ਨੇ ਸਾਹਮਣੇੋਂ ਸਤਿਗੁਰਾਂ ਦੇ ਘੋੜੇ ਨੂੰ ਭਾਰੀ ਜ਼ਖਮੀ ਕਰ ਦਿੱਤਾ, ਵਿੰਨ ਦਿੱਤਾ ਹੈ।
ਐਸੇ ਕਾਹਲੀ ਦੇ ਨਾਲ ਫੁਰਤੀ ਦੇ ਨਾਲ ਤੀਰਾਂ ਦੇ ਵਾਰ ਕੀਤੇ ਲਲਾ ਬੇਗ ਨੇ। ਇਹਦੇ ਭਾਰ ਹੈ ਤੀਰ ਲਾਗੇ ਕਨੇਰੇ। ਸਤਿਗੁਰਾਂ ਦੇ ਇਸ ਘੋੜੇ ਦੇ ਹਿਰਦੇ ਦੇ ਉੱਪਰ ਔਰ ਮੱਥੇ ਦੇ ਵਿੱਚ ਇਸ ਦੇ ਛੱਡੇ ਹੋਏ ਬਹੁਤ ਸਾਰੇ ਤੀਰ ਜਾ ਕਰਕੇ ਲੱਗੇ ਹਨ। ਗਿਰਿਓ ਜੰਗ ਖੇਤਮ ਹਤਿਓ ਤਾਹੀ ਬੈਰੇ। ਉਸ ਸਮੇਂ ਕਹਿੰਦੇ ਇਸਨੇ ਸਵਾਸ ਛੱਡ ਦਿੱਤੇ, ਮਰ ਗਿਆ ਹੈ ਇਹ ਸੁਹੇਲਾ ਘੋੜਾ। ਵੀਰਗਤੀ ਨੂੰ ਪ੍ਰਾਪਤ ਹੋ ਗਿਆ ਸਤਿਗੁਰਾਂ ਦੀ ਸਵਾਰੀ ਦੀ ਸੇਵਾ ਨਿਭਾਉਂਦਾ ਹੋਇਆ। ਵੱਡੇ ਭਾਗ ਜਾਗੇ ਗੁਰੂ ਅੰਗ ਸੰਗੇ। ਇਸ ਦੇ ਵੱਡੇ ਭਾਗ ਹੈ ਜੋ ਸਤਿਗੁਰਾਂ ਦੀ ਸੰਗਤ ਪ੍ਰਾਪਤ ਹੋਈ। ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਜੰਗ ਦੇ ਵਿੱਚ ਇਸ ਘੋੜੇ ਦੀ ਸਵਾਰੀ ਕੀਤੀ ਹੈ। ਮਿਲੇ ਸੋ ਰਹੇ ਪ੍ਰਾਣ ਤਿਆਗੇ ਤੁਰੰਗੇ। ਔਰ ਸਤਿਗੁਰਾਂ ਦੇ ਸਨਮੁਖ ਮਿਲਾਪ ਦੇ ਵਿੱਚ ਇਸ ਨੇ ਆਪਣੇ ਸਵਾਸ ਤਿਆਗਿਆ, ਵੀਰਗਤੀ ਨੂੰ ਪ੍ਰਾਪਤ ਹੋਇਆ ਹੈ। ਗਇਓ ਦੇਵ ਲੋਕੰ ਤਜੇ ਸ਼ੋਕ ਮੋਹੰ। ਕਹਿੰਦੇ ਸਾਰੇ ਤਮਾਮ ਮੋਹ ਦੁੱਖਾਂ ਨੂੰ ਤਿਆਗ ਕਰਕੇ ਇਸ ਘੋੜੇ ਦਾ ਦੇਵਲੋਕ ਦੇ ਵਿੱਚ ਪ੍ਰਵੇਸ਼ ਹੋਇਆ, ਸਵਰਗਾਂ ਦੇ ਵਿੱਚ ਵਾਸਾ ਹੋਇਆ। ਨਹੀਂ ਫੇਰ ਫੇਰੀ ਜਗਨ ਬੀਜ ਹੋਹੰ। ਕਹਿੰਦੇ ਹੁਣ ਦੋਹਰੇ ਇਸ ਦੀ ਫੇਰੀ ਨਹੀਂ ਹੋਏਗੀ, ਸੰਸਾਰ ਦੇ ਵਿੱਚ ਜੰਮਣ ਮਰਨ ਦੇ ਚੱਕਰਾਂ ਦੇ ਵਿੱਚ ਨਹੀਂ ਪਏਗਾ। ਇਸ ਦਾ ਜੰਮਣਾ ਤੇ ਮਰਨਾ ਨਿਰਵਿਰਤ ਹੋ ਗਿਆ ਹੈ, ਇਹ ਦੁੱਖ ਕੱਟਿਆ ਗਿਆ ਹੈ। ਵਿਧੀ ਚੰਦ ਸਿਗਰੰ ਕਾਇਓ ਹੋਏ ਨੇਰੇ। ਉਸ ਸਮੇਂ ਬਾਬਾ ਵਿਧੀ ਚੰਦ ਸਾਹਿਬ ਜੀ ਨੇੜੇ ਹੋਏ, ਛੇਤੀ ਦੇ ਨਾਲ ਕਾਹਲੀ ਨਾਲ ਸਤਿਗੁਰਾਂ ਨੂੰ ਅਰਜ਼ ਕੀਤੀ, ਬੇਨਤੀ ਕੀਤੀ। ਸਰੋ ਔਰ ਭੂਰੇ ਪ੍ਰਭੂ ਜਾਹੇ ਬੀਰੇ। ਕਹਿਣ ਲੱਗਾ, ਹੈ ਗਰੀਬ ਨਵਾਜ ਇਸ ਸਮੇਂ ਆਪ ਕਿਰਪਾ ਕਰੋ, ਕਿਸੇ ਹੋਰ ਘੋੜੇ ਦੇ ਉੱਪਰ ਸਵਾਰੀ ਧਾਰ ਲਓ ਜੀ। ਗੁਰੂ ਧਰਮ ਯੁੱਧੰ ਵਿਚਾਰਿਓ ਵਿਚਾਰੇ। ਪਰ ਕਹਿੰਦੇ ਉਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਧਰਮ ਯੁੱਧ ਦੀ ਵਿਚਾਰ ਕੀਤੀ ਔਰ ਵਿਚਾਰ ਕਰਕੇ ਬਾਬਾ ਵਿਧੀ ਚੰਦ ਸਾਹਿਬ ਤਾਈਂ ਬਚਨ ਕੀਤੇ ਹਨ। ਔਰ ਅਗਰ ਬੈਰੀ ਹਯੰ ਤਾਹਿ ਮਾਰੀ। ਕਹਿਣ ਲੱਗੇ ਸਾਡਾ ਜਿਹੜਾ ਵੈਰੀ ਹੈ ਉਹ ਵੀ ਇਸ ਸਮੇਂ ਸਾਡੇ ਸਨਮੁਖ ਖਲੋਤਾ ਹੋਇਆ ਹੈ ਔਰ ਉਸ ਦਾ ਵੀ ਘੋੜਾ ਹੈ ਜਿਹੜਾ ਮੌਤ ਨੂੰ ਪ੍ਰਾਪਤ ਹੋਇਆ ਹੈ। ਘੋੜਾ ਉਸ ਦਾ ਵੀ ਮਰ ਗਿਆ, ਇਸ ਕਰਕੇ ਪੈਦਲ ਹੈ। ਸਾਡਾ ਘੋੜਾ ਵੀ ਮਰ ਗਿਆ, ਇਸ ਕਰਕੇ ਅਸੀਂ ਵੀ ਪੈਦਲ ਹਾਂ। ਨਹੀਂ ਔਰ ਲੀਲੋ ਪ੍ਰਿਥੀ ਬੀਚ ਠਾਂਡੋ। ਉਸ ਸਮੇਂ ਬਾਬਾ ਪ੍ਰਿਥੀ ਚੰਦ ਜੀ ਵਿੱਚ ਖਲੋਤੇ ਹੋਏ ਆ ਜੰਗ ਦੇ ਮੈਦਾਨ ਦੇ ਸਤਿਗੁਰਾਂ ਦੇ ਨਾਲ। ਪਰ ਸਤਿਗੁਰਾਂ ਨੇ ਲਲਾ ਬੇਗ ਨੂੰ ਪੈਦਲ ਵੇਖ ਕੇ ਘੋੜੇ ਤੇ ਸਵਾਰ ਹੋਣੋਂ ਮਨਾ ਕਰ ਦਿੱਤਾ ਹੈ। ਆਹ ਸੰਮੁਖੰ ਜਗ ਕੋ ਚਾਲ ਬਾਟੋ। ਉਸ ਸਮੇਂ ਗਰੀਬ ਨਵਾਜ ਸੱਚੇ ਪਾਤਸ਼ਾਹ ਹਿਰਦੇ ਵਿੱਚ ਉਤਸ਼ਾਹਤ ਹੈ ਜੰਗ ਦੇ ਲਈ, ਇਸ ਕਰਕੇ ਖੜੇ ਹੋਏ ਆ ਸਨਮੁਖ ਬਿਲਕੁਲ ਲਲਾ ਬੇਗ ਦੇ, ਆਪਣੇ ਪਾਵਨ ਚਰਨਾਂ ਦੇ ਭਾਰ ਧਰਤੀ ਦੇ ਉੱਪਰ। ਜਾਨ ਮੋਹੀ ਅਰੂਡੇ ਨਕੂਰਾ। ਕਹਿਣ ਲੱਗੇ ਉਸੇ ਤਰੀਕੇ ਜਾਣ ਲੈ ਪ੍ਰਿਥੀ ਚੰਦ, ਅਸੀਂ ਵੀ ਘੋੜੇ ਤੇ ਸਵਾਰ ਨਹੀਂ ਹੋਣਾ। ਜਿਵੇਂ ਹਿਰਦੇ ਵਿੱਚ ਉਤਸ਼ਾਹ ਧਾਰ ਕੇ ਲਲਾ ਬੇਗ ਖਲੋਤਾ ਹੋਇਆ ਸਾਡਾ ਸਾਹਮਣਾ ਕਰਨ ਦੇ ਲਈ, ਇਸੇ ਤਰੀਕੇ ਅਸੀਂ ਵੀ ਜੰਗ ਦੇ ਵਿੱਚ ਸਾਹਮਣਾ ਕਰਾਂਗੇ ਲਲਾ ਬੇਗ ਦਾ। ਅਨੀਤੀ ਨਹੀਂ ਧਾਰਾਂਗੇ, ਧਰਮ ਦਾ ਤਿਆਗ ਨਹੀਂ ਕਰਾਂਗੇ। ਜੇ ਪੈਦਲ ਲੜੇਗਾ ਤੇ ਅਸੀਂ ਵੀ ਪੈਦਲ ਹੀ ਲੜਾਂਗੇ ਇਸ ਦੇ ਨਾਲ। ਅਬੈ ਜੰਗ ਖਗਨ ਕਰ ਧੀਰ ਪੂਰਾ। ਹਾਂਜੀ, ਅਬੈ ਜੰਗ ਖਗਨ ਕਰ ਧੀਰ ਪੂਰਾ। ਅਬੈ ਹੁਣ ਕਹਿੰਦੇ ਅਸੀਂ ਜੰਗ ਕਰਾਂਗੇ ਭਿਆਨਕ ਤੇ ਤਿੱਖੇ ਸ਼੍ਰੀ ਸਾਹਿਬ ਦੇ ਨਾਲ। ਇਸ ਦੇ ਨਾਲ ਜਿਸ ਸ਼ਸਤਰ ਦੇ ਨਾਲ ਇਹ ਸਾਡੇ ਨਾਲ ਜੰਗ ਲੜੇਗਾ, ਉਸੇ ਸ਼ਸਤਰ ਦੇ ਨਾਲ ਇਸ ਦਾ ਜਵਾਬ ਦੇਵਾਂਗੇ ਅਸੀਂ। ਬਾਤ ਐਸੋ ਭਏ ਧੀਰ ਸੋਹੈ। ਇਸ ਤਰੀਕੇ ਦੇ ਨਾਲ ਬਚਨ ਕਹਿ ਕਰਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਸਨਮੁਖ ਹੋ ਗਏ ਲਲਾ ਬੇਗ ਦੇ। ਕਰਾ ਚੋਲ ਐਜਿਓ ਕਰੀ ਬੰਕ ਪਾਹੈ। ਉਸ ਸਮੇਂ ਲਲਾ ਬੇਗ ਨੇ ਆਪਣੇ ਮਿਆਨ ਦੇ ਵਿੱਚੋਂ ਸ਼੍ਰੀ ਸਾਹਿਬ ਖਿੱਚੀ ਹੈ ਔਰ ਆਪਣੇ ਭਰਵੱਟੇ ਆ ਜਿਹੜੇ ਗੁੱਸੇ ਦੇ ਵਿੱਚ ਸਤਿਗੁਰਾਂ ਨੂੰ ਵੇਖ ਕੇ ਟੇਢੇ ਕਰਦਾ ਹੈ, ਆਪਣੇ ਮੂੰਹ ਤੋਂ ਆਪਣਾ ਗੁੱਸਾ ਦਿਤਾਰਿਆ ਹੈ ਸਤਿਗੁਰਾਂ ਦੇ ਤਾਈਂ। ਲਲਾ ਬੇਗ ਕੀ ਅਗਰ ਆਇਓ ਪਠਾਨਾ। ਉਸ ਸਮੇਂ ਸਤਿਗੁਰਾਂ ਦਾ ਮੁਕਾਬਲਾ ਕਰਨ ਦੇ ਲਈ ਕੋਈ ਇੱਕ ਹੋਰ ਪਠਾਨ ਲਲਾ ਬੇਗ ਤੋਂ ਪਹਿਲੋਂ ਸਤਿਗੁਰਾਂ ਦੇ ਸਨਮੁਖ ਆ ਗਿਆ ਹੈ। ਕਹਾਂ ਕੋਪਤੇ ਸੰਗ ਤਾਕੇ ਬਖਾਨਾ। ਉਸ ਦੇ ਤਾਈਂ ਲਲਾ ਬੇਗ ਨੇ ਬੜੇ ਗੁੱਸੇ ਦੇ ਵਿੱਚ ਆ ਕੇ ਬਚਨ ਕੀਤਾ, ਕਹਿਣ ਲੱਗਾ ਗੁਰੂ ਔਰ ਮੂਰੇ ਨਾ ਬੀਜੰ ਪਰਿਜੈ। ਕਹਿੰਦਾ ਮੇਰੇ ਤੇ ਗੁਰੂ ਦੇ ਵਿੱਚ ਨਾ ਪੈ ਇਸ ਸਮੇਂ। ਸਾਨੂੰ ਦੋਵਾਂ ਨੂੰ ਆਮਣੇ ਸਾਹਮਣੇ ਜੰਗ ਲੜਨ ਦੇ, ਕੋਈ ਤੀਜਾ ਸਾਡੇ ਦੋਵਾਂ ਦੇ ਵਿੱਚ ਪ੍ਰਵੇਸ਼ ਨਾ ਕਰੇ। ਜਾ ਕੇ ਟਲ ਜਾ ਕਿਸੇ ਹੋਰ ਥਾਂ ਤੇ ਜੰਗ ਲੜ, ਮਰ ਜਾ ਜੰਗ ਦੇ ਵਿੱਚ ਜਾਂ ਜਿੰਦਾ ਰਹਿ, ਮੈਨੂੰ ਕੋਈ ਪਰਵਾਹ ਨਹੀਂ, ਪਰ ਮੇਰੇ ਤੇ ਗੁਰੂ ਦੇ ਵਿੱਚ ਨਹੀਂ ਆਉਣਾ ਹੈ। ਇਹਨਾਂ ਦੇ ਨਾਲ ਜੋ ਜੰਗੰ ਹੈ ਜੰਗ,
ਉਹ ਮੈਂ ਆਪ ਚੰਗੇ ਤਰੀਕੇ ਦੇ ਨਾਲ ਲੜਾਂਗਾ। ਮਰੈ ਕੈ ਸੰਘਾਰੂ ਨਹੀਂ ਆਣ ਬਾਸ਼ਾ। ਮਰਾਂ ਕੈ ਸੰਘਾਰੋਂ, ਜਾਂ ਤੇ ਮੈਂ ਮਾਰ ਦਿਆਂਗਾ ਜੰਗ ਦੇ ਵਿੱਚ ਸਤਿਗੁਰਾਂ ਦੇ ਤਾਈਂ, ਜਾਂ ਮਰਾਂ ਆਪ ਮਰ ਜਾਵਾਂਗਾ ਸਤਿਗੁਰਾਂ ਦੇ ਪਾਸੋਂ ਸ਼ਸਤਰਾਂ ਦੀ ਮਾਰ ਖਾ ਕਰਕੇ। ਇਹਦੇ ਤੋਂ ਇਲਾਵਾ ਮੇਰੀ ਹੋਰ ਕੋਈ ਇੱਛਾ ਹੀ ਨਹੀਂ ਹੈ ਹੁਣ। ਜਾਂ ਤਾਂ ਮੈਂ ਸਤਿਗੁਰਾਂ ਦੇ ਤਾਈਂ ਮਾਰ ਦੇਣਾ ਚਾਹੁੰਦਾ ਹਾਂ, ਜਾਂ ਫਿਰ ਸਤਿਗੁਰਾਂ ਦੇ ਪਾਸੋਂ ਮਰ ਜਾਣਾ ਚਾਹੁੰਦਾ ਹਾਂ। ਜਦੋਂ ਸਾਹ ਕੀ ਬਾਜ ਲੈ ਕੇ ਚੱਲਾਂਗੇ। ਜਾਂ ਤਾਂ ਸਤਿਗੁਰਾਂ ਨੂੰ ਜੰਗ ਦੇ ਵਿੱਚ ਸੰਘਾਰ ਕੇ ਵਿਨਾਸ਼ ਕਰਕੇ ਸ਼ਾਹ ਜਹਾਂ ਬਾਦਸ਼ਾਹ ਦੇ ਦੋਵੇਂ ਘੋੜੇ ਵਾਪਸ ਲੈ ਕੇ ਪਰਤਾਂਗੇ ਲਾਹੌਰ ਵਿੱਚ। ਜਦੋਂ ਪ੍ਰਾਣ ਲੈ ਸੰਗ ਧੂਲੀ ਮਿਲਾਂਗੇ। ਜਾਂ ਫਿਰ ਇੱਥੇ ਸਵਾਸ ਦੇ ਕਰਕੇ ਧੂੜੀ ਦੇ ਵਿੱਚ ਮਿਲ ਜਾਵਾਂਗੇ, ਮਿੱਟੀ ਦਾ ਰੂਪ ਹੋ ਜਾਵਾਂਗੇ। ਪਰੋਂ ਦੂਰ ਹਵੈ ਕੈ ਤਮਾਸ਼ੋ ਪਕੀਜੈ। ਇਸ ਕਰਕੇ ਕਹਿੰਦਾ ਦੂਰ ਹੋ ਕੇ ਖਲੋ ਜਾ ਸਾਡੇ ਤੋਂ, ਅੜਾ ਹੋ ਕੇ ਪਾਸੇ ਸਾਡਾ ਸੰਗ ਵੇਖ। ਜਦੋਂ ਔਰ ਜੁਧਾਨ ਸੋ ਜੁਧ ਕੀਜੈ। ਜਾਂ ਫਿਰ ਜਾ ਕਰਕੇ ਕਿਸੇ ਹੋਰ ਯੋਧੇ ਦੇ ਤਾਈਂ ਲਲਕਾਰ ਕੇ ਜੰਗ ਲੜ। ਕਿਸੇ ਰੀਤ ਸਾਰੇ ਗੁਰੂ ਜੀ ਹਟਾਏ। ਇਸੇ ਤਰੀਕੇ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਪਾਸ ਖੜੇ ਹੋਏ ਬਾਬਾ ਬਿਧੀ ਚੰਦ ਇਤਿਆਦਿਕ ਹੋਰ ਜਿਹੜੇ ਸਿੱਖ ਸੀ ਸਭ ਨੂੰ ਹੁਕਮ ਦੇ ਕੇ ਜੰਗ ਦੇ ਵਿੱਚੋਂ ਪਿੱਛੇ ਕਰ ਦਿੱਤਾ ਹੈ। ਮਚੋ ਦੁੱਧ ਜੁਦੰ ਕਿਰਪਾਲੰ ਚਲਾਈ। ਤੇ ਉਸ ਸਮੇਂ ਭਿਆਨਕ ਜੰਗ ਹੈ ਜਿਹੜਾ ਮਚਿਆ ਹੋਇਆ ਹੈ। ਮਚਿਓ ਦੁੰਦ ਜੁਦੰ, ਦਵੰਦ ਯੁੱਧ ਮਚ ਗਿਆ ਉਸ ਸਮੇਂ ਸਤਿਗੁਰਾਂ ਦੇ ਵਿੱਚ ਤੇ ਲਲਾ ਵੇਗ ਦੇ ਵਿੱਚ। ਔਰ ਤਿੱਖੀਆਂ ਸ਼੍ਰੀ ਸਾਹਿਬਾਂ ਦੇ ਵਾਰ ਦੋਵਾਂ ਪਾਸਿਆਂ ਤੋਂ ਇੱਕ ਦੂਸਰੇ ਦੇ ਉੱਪਰ ਹੋ ਰਹੇ ਹਨ। ਕਬੈ ਨੇੜੇ ਢੁਕੈ ਕਬੈ ਦੂਰ ਹੋਵੈ। ਕਦੇ ਦੋਵੇਂ ਸੂਰਮੇ ਇੱਕ ਦੂਜੇ ਦੇ ਨੇੜੇ ਹੁੰਦੇ ਐ, ਕਦੇ ਇੱਕ ਦੂਜੇ ਤੋਂ ਦੂਰ ਚਲੇ ਜਾਂਦੇ ਆ ਦਾ ਮੌਕਾ ਵੇਖਦੇ ਹੋਏ ਵਾਰ ਕਰਨ ਦੇ ਲਈ। ਤੂੰ ਵੀਰ ਬਾਕੇ ਹੱਥ ਘਾਲ ਜੋਵੈ। ਦੋਵੇਂ ਬੜੇ ਬਲਵਾਨ ਔਰ ਦ੍ਰਿੜ ਸੂਰਮੇ ਐ, ਜੰਗ ਵਿਦਿਆ ਨੂੰ ਪਰਪੱਕਤਾ ਦੇ ਨਾਲ ਜਾਣਦੇ ਐ, ਇੱਕ ਦੂਜੇ ਦੇ ਤਾਈਂ ਮਾਰਨ ਦੀ ਘਾਤ ਵੇਖਦੇ ਹਨ, ਮੌਕਾ ਵਿਚਾਰਦੇ ਹਨ। ਦੋਹਾਂ ਕੀਰਤੀ ਚਾਹੇ ਚੌਪੇ ਜੁਜਾਰੇ। ਦੋਵਾਂ ਦੀ ਕੀਰਤੀ ਦੋਵੇਂ ਚਾਹੁੰਦੇ ਹਨ ਕਿ ਸਾਡੀ ਕੀਰਤੀ ਵਡਿਆਈ ਹੋਵੇ ਸੰਸਾਰ ਦੇ ਵਿੱਚ, ਅਸੀਂ ਇੱਕ ਦੂਜੇ ਦੇ ਤਾਈਂ ਜਿੱਤ ਲਈਏ। ਔਰ ਦੋਵੇਂ ਚਾਅ ਦੇ ਨਾਲ ਜੂਝ ਰਹੇ ਹਨ ਜੰਗ ਦੇ ਵਿੱਚ ਜੀ। ਦੋਹਾਂ ਸੈਨ ਕੇ ਸੂਰ ਸੁਆਮੀ ਉਦਾਰੇ। ਦੋਵੇਂ ਹੀ ਆਪਣੇ ਸੈਨਾਂ ਦੀ ਸੂਰਮਿਆਂ ਦੇ ਆਗੂ ਹਨ, ਵੱਡੇ ਮਾਲਕ ਹਨ, ਪ੍ਰੇਰਕ ਹਨ, ਮਾਰਗਦਰਸ਼ਕ ਹਨ। ਵਿਜੇ ਬਾਸ਼ਦੋ ਰਸਮ ਵੀਰ ਭੀਨੇ। ਇਉਂ ਦੋਵੇਂ ਇੱਕ ਦੂਜੇ ਦੀ ਜਿੱਤ ਵੇਖ ਕੇ ਆਪੋ ਆਪਣੀ ਲਲਾ ਵੇਗ ਚਾਹੁੰਦਾ ਮੇਰੀ ਜਿੱਤ ਹੋਵੇ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਦਾ ਮਨਸ਼ਾ ਸਾਡੀ ਜਿੱਤ ਹੋਵੇ। ਇਹ ਜੰਗ ਦਾ ਪ੍ਰਸੰਗ ਬੰਨ੍ਹਣ ਦੇ ਲਈ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਇਉਂ। ਵੈਸੇ ਉਹ ਸ਼ਰਧਾ ਤੋਂ ਹੀਣੇ ਨਹੀਂ ਔਰ ਨਾ ਕੋਈ ਗਰੀਬ ਨਵਾਜ ਗੁਰੂ ਸਾਹਿਬ ਨੂੰ ਜੰਗ ਦੇ ਵਿੱਚ ਜਿੱਤ ਸਕਦਾ, ਹਰਾ ਸਕਦਾ। ਇਹ ਪ੍ਰਸੰਗ ਸਿਰਫ ਧਿਆਨ ਖਿੱਚਣ ਦੇ ਲਈ ਸੋ ਐਸੇ ਵੀਰ ਰਸ ਦੇ ਵਿੱਚ ਭੇਜੇ ਹੋਏ ਹਨ ਜੀ। ਦੋਹਾਂ ਸ਼ਸਤਰ ਵਿਦਿਆ ਕਮਾਈ ਪਰਬੀਨੇ। ਕਹਿੰਦੇ ਦੋਵਾਂ ਨੇ ਬਹੁਤ ਭਾਰੀ ਸ਼ਸਤਰ ਵਿਦਿਆ ਦਾ ਅਭਿਆਸ ਕੀਤਾ, ਦੋਵੇਂ ਨਿਪੁੰਨ ਹੈ ਸ਼ਸਤਰ ਵਿਦਿਆ ਵਿੱਚ ਜੀ। ਦੋ ਯੁੱਧ ਜੈਤਾ ਘਣੀ ਜੰਗ ਕੀਨੇ। ਦੋਵਾਂ ਸੂਰਮਿਆਂ ਨੇ ਬੇਅੰਤ ਜੰਗ ਲੜੇ ਆ, ਦੋਵੇਂ ਜੰਗਾਂ ਦੇ ਜੇਤੂ ਹਨ। ਹਯਮਹੀਨ ਦੋਨੋਂ ਰਣ ਧਰਮ ਚੀਨੇ। ਦੋਵੇਂ ਹੀ ਘੋੜਿਆਂ ਤੋਂ ਬਿਨਾਂ ਪੈਦਲ ਜੰਗ ਦੇ ਵਿੱਚ ਜੰਗ ਦੇ ਧਰਮ ਨੂੰ ਵਿਚਾਰਦਿਆਂ ਹੋਇਆਂ ਜੰਗ ਲੜ ਰਹੇ ਹਨ। ਦਾਵਤਾ ਕੈ ਅਰੇ ਆਪ ਮਾਹੀ। ਦੋਵੇਂ ਮੌਕਾ ਵੇਖਦੇ ਆ ਇੱਕ ਦੂਜੇ ਨੂੰ ਹਰਾਉਣ ਦਾ, ਇੱਕ ਦੂਜੇ ਤੇ ਵਾਰ ਕਰਨ ਦਾ, ਇਉਂ ਅੜੇ ਹੋਏ ਆ ਜੰਗ ਵਿੱਚ। ਮਨੁ ਸ਼ੇਰ ਦੋਨੋਂ ਮਿਟ ਪਾਏ ਨਾਹੀ। ਕਹਿੰਦੇ ਮੰਨ ਲਓ ਜਿਵੇਂ ਦੋ ਕਿਹੜੀ ਸ਼ੇਰ ਭਿੜ ਪਏ ਹੋਣ ਔਰ ਦੋਵਾਂ ਚੋਂ ਕੋਈ ਵੀ ਇੱਕ ਪੈਰ ਪਿੱਛੇ ਨਹੀਂ ਪੁੱਟਦਾ। ਰੁਪੇ ਵੀਰ ਦੋਨੋਂ ਗਜਮ ਰਾਜ ਭਾਰੀ। ਇਸ ਤਰੀਕੇ ਦੇ ਨਾਲ ਦੋਵੇਂ ਭਾਰੀ ਸੂਰਮੇ ਸ਼ੇਰਾਂ ਦੀ ਨਿਆਈ ਜੰਗ ਦੇ ਵਿੱਚ ਡਟ ਗਏ ਹਨ। ਬੜੇ ਦੰਤ ਧਾਰੀ ਮਹਾ ਸ਼ੋਭ ਬਾਰੀ। ਜਿਹੜੇ ਬੜੇ ਸ਼ੋਭ ਵਾਰੇ ਵੀਰ ਰਸੀ ਹੈ ਔਰ ਬੜੇ ਦੰਤ ਭਾਰੀ ਭਾਵ ਜਿਨ੍ਹਾਂ ਨੇ ਸ਼੍ਰੀ ਸਾਹਿਬਾਂ ਹੱਥ ਦੇ ਵਿੱਚ ਧਾਰਨ ਕੀਤੇ ਆ। ਦਹੂ ਢਾਲ ਢੋਈ ਢਕਾ ਢੂਪ ਕੀਨੀ। ਦੋਵਾਂ ਨੇ ਆਪਸਰੀ ਦੇ ਵਿੱਚ ਢਾਲਾਂ ਮਲਾਈਆਂ ਔਰ ਇੱਕ ਦੂਜੇ ਨੂੰ ਧੱਕਾ ਦਿੱਤਾ ਜੰਗ ਦੇ ਵਿੱਚ। ਦਹੂ ਖੰਗ ਧਾਰੀ ਮਤੇ ਕੂਪ ਪੀਨੀ। ਦੋਵਾਂ ਖੜਗ ਧਾਰੀਆਂ ਦੀ ਸ਼੍ਰੀ ਸਾਹਿਬਾਂ ਦੀ ਜੰਗ ਦੇ ਵਿੱਚ ਜਿਹੜੀ ਮਤੀ ਆ ਵੀਰ ਰਸ ਦੇ ਵਿੱਚ ਭਿੱਜ ਗਈ ਹੈ। ਲਲਾ ਮੇਘ ਧਾਇਓ ਕਰਾ ਚੂੜ ਮਾਰਾ। ਉਸ ਸਮੇਂ ਲਲਾ ਵੇਗ ਨੇ ਦਾ ਪਾਇਆ, ਮੌਕਾ ਪਾਇਆ, ਦੌੜਿਆ ਜੰਗ ਦੇ ਵਿੱਚ
ਔਰ ਆਪਣੀ ਸ਼੍ਰੀ ਸਾਹਿਬ ਦਾ ਵਾਰ ਕੀਤਾ ਹੈ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਉੱਪਰ। ਗੁਰੂ ਢਾਲ ਪੈ ਨੀਨ ਉਜਨ ਸੰਭਾਰਾ। ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਓਜੰ ਸੰਭਾਰਾ, ਆਪਣਾ ਬਲ ਸੰਭਾਲਿਆ ਹੈ ਰਣ ਭੂਮੀ ਦੇ ਵਿੱਚ। ਸੰਭਾਲ ਕਰਕੇ ਬਲ ਦੇ ਤਾਈ ਇਸ ਦੇ ਸ਼੍ਰੀ ਸਾਹਿਬ ਦਾ ਕੀਤਾ ਹੋਇਆ ਵਾਰ ਆਪਣੇ ਢਾਲੇ ਦੇ ਉੱਪਰ ਲੈ ਲਿਆ, ਰੋਕ ਲਿਆ। ਕਹਿਓ ਵਾਰ ਔਰਨ ਕਰੋ ਘਾਤ ਪੈ ਕੀ। ਗਰੀਬ ਨਵਾਜ ਸੱਚੇ ਪਾਤਸ਼ਾਹ ਇਸ ਦਾ ਵਾਰ ਰੋਕ ਕੇ ਕਹਿਣ ਲੱਗੇ, ਹੋਰ ਵਾਰ ਕਰ, ਸਮਾਂ ਪਾ ਲੈ, ਦਾ ਵੇਖ ਲੈ, ਮੌਕਾ ਪਕਾ ਲੈ, ਆਪਣਾ ਧੀਰਜ ਰੱਖ, ਸਹਿਜ ਦੇ ਨਾਲ ਵਾਰ ਕਰ ਲੈ ਸਾਡੇ ਉੱਪਰ ਇੱਕ ਹੋਰ। ਵਿਚਾਰੀ ਮਸੂਰੈ ਗਿਰੇ ਮ੍ਰਿਤ ਹਵੈ ਕੈ। ਜੇ ਤੈਨੂੰ ਇੱਕ ਮੌਕਾ ਅਸੀਂ ਹੋਰ ਨਾ ਦਿੱਤਾ, ਫਿਰ ਪਿੱਛੋਂ ਤੂੰ ਝੂਰੇਂਗਾ, ਪਛਤਾਏਂਗਾ। ਜਦੋਂ ਮੌਤ ਦੇ ਵਸ ਹੋ ਕੇ ਧਰਤੀ ਤੇ ਡਿੱਗ ਪਿਆ, ਸਾਡਾ ਵਾਰ ਨਾ ਸਹਾਰ ਸਕਿਆ, ਤੇਰੇ ਦਿਲ ਵਿੱਚ ਚਾਅ ਰਹਿ ਜਾਣਾ ਵੀ ਮੈਂ ਕੋਈ ਹੋਰ ਵਾਰ ਸਤਿਗੁਰਾਂ ਤੇ ਕਰਨਾ ਸੀ, ਕਰ ਨਹੀਂ ਸਕਿਆ। ਇਸ ਕਰਕੇ ਕੋਈ ਹੋਰ ਵਾਰ ਕਰ ਲੈ, ਮੌਕਾ ਵੇਖ ਪਰਖ ਧਿਆਨ ਦੇ ਨਾਲ। ਦਲੇਰੀ ਗੁਰੂ ਕੀ ਮਹਾਨੀ ਪਛਾਨੀ। ਸਤਿਗੁਰਾਂ ਦਾ ਇਹ ਬਚਨ ਸੁਣ ਕੇ ਲਲਾ ਬੇਗ ਨੇ ਪਛਾਣ ਲਿਆ ਗਰੀਬ ਨਵਾਜ ਸੱਚੇ ਪਾਤਸ਼ਾਹ ਦੀ ਦਲੇਰੀ ਦੇ ਤਾਏ। ਵਾਰ ਤੇ ਵਾਰ ਕੋ ਖੱਬ ਪਾਨੀ। ਉਸ ਸਮੇਂ ਹੱਥ ਦੇ ਵਿੱਚ ਸ਼੍ਰੀ ਸਾਹਿਬ ਇਸਨੇ ਧਾਰਨ ਕੀਤੀ ਹੋਈ ਹੈ, ਮੌਕਾ ਵਹਿੰਦਾ ਹੈ ਔਰ ਸਤਿਗੁਰਾਂ ਦੇ ਵਾਰ ਦੇ ਉੱਪਰ ਵਾਰ ਕਰਨਾ ਚਾਹੁੰਦਾ ਹੈ ਵੀ ਗਰੀਬ ਨਵਾਜ ਮੇਰੇ ਉੱਪਰ ਵਾਰ ਕਰਨ। ਮੈਂ ਵਾਰ ਰੋਕ ਕੇ ਆਪਣਾ ਦਾ ਪਾ ਕੇ, ਜਿਸ ਸਮੇਂ ਸਤਿਗੁਰਾਂ ਦਾ ਸਰੀਰ ਸੰਤੁਲਿਤ ਨਾ ਹੋਵੇ, ਸਹੀ ਭਾਰ ਨਾ ਹੋਵੇ, ਉਸ ਸਮੇਂ ਮੈਨੂੰ ਮੌਕਾ ਮਿਲੇ ਤੇ ਮੇਰਾ ਵਾਰ ਚੱਲ ਜਾਵੇ। ਇਹ ਮਨਸ਼ਾ ਰੱਖਦਾ ਹੈ ਵੀ ਵਾਰ ਦੇ ਉੱਪਰ ਵਾਰ ਕਰਾਂ ਸਤਿਗੁਰਾਂ ਦੇ। ਪੁਨਮ ਸੀਕਰ ਸਾਧਨ ਕਰਿਓ ਨਿਰਵਾਇਓ। ਇਸ ਮਨਸ਼ਾ ਨੂੰ ਧਾਰ ਕੇ ਇਸਨੇ ਬੜੀ ਕਾਹਲੀ ਦੇ ਨਾਲ ਸਤਿਗੁਰਾਂ ਦਾ ਨੇੜਾ ਕੀਤਾ, ਨੇੜੇ ਆਇਆ ਹੈ। ਜਯੋ ਮਾਰ ਦੇ ਹਾਥ ਪੂਚੋ ਉਠਾਇਓ। ਗਰੀਬ ਨਵਾਜ ਦੇ ਉੱਪਰ ਆਪਣੇ ਸ਼੍ਰੀ ਸਾਹਿਬ ਦਾ ਵਾਰ ਕਰਨ ਦੇ ਲਈ ਹੱਥ ਇਸਨੇ ਉਤਾਂ ਚੁੱਕਿਆ ਹੋਇਆ ਹੈ ਹਵਾ ਦੇ ਵਿੱਚ। ਹਰੀ ਢਾਲ ਸੋਹੈ ਨਿਰਭੈ ਹੋਏ ਆਗੀ। ਇਸ ਨੇ ਉਸ ਸਮੇਂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਢਾਲ ਨਿਡਰ ਹੋ ਕੇ ਇਸ ਦੇ ਵਾਰ ਦੇ ਸਨਮੁਖ ਕੀਤੇ ਹੈ। ਗੁਰੂ ਜੀ ਚਲਾਇਓ ਰਿਦੇ ਕੋ ਪਜਾਗੀ। ਔਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਵੀਰ ਰਸ ਦੇ ਨਾਲ ਜੋ ਵਾਰ ਇਸ ਦੇ ਉੱਪਰ ਚਲਾਇਆ ਸੀ, ਉਸ ਦੇ ਤਾਈ ਇਸ ਨੇ ਢਾਲ ਤੇ ਰੋਕ ਲਿਆ। ਲਲਾ ਬੇਗਨੀ ਆਪ ਨਾਹੀ ਪਰ ਹਾਰਿਓ। ਉਸ ਸਮੇਂ ਲਲਾ ਬੇਗ ਨੇ ਆਪ ਵਾਰ ਨਾ ਕੀਤਾ, ਸਹੀ ਉਚਿਤ ਯੋਗ ਸਮਾਂ ਨਾ ਜਾਣਿਆ ਇਹ ਵਾਰ ਕਰਨ ਦਾ। ਗੁਰੂ ਵਾਰ ਦੇ ਅੰਗ ਸਾਰੋ ਉਬਾਰਿਓ। ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਕੀਤੇ ਹੋਏ ਵਾਰ ਤੋਂ ਬਚਣ ਦੇ ਲਈ ਪਹਿਲਾਂ ਆਪ ਕੀਤਾ ਸਤਿਗੁਰਾਂ ਤੇ ਵਾਰ, ਸਤਿਗੁਰਾਂ ਨੇ ਢਾਲੇ ਤੇ ਰੋਕਿਆ। ਸਤਿਗੁਰਾਂ ਦੇ ਵਾਰ ਤੋਂ ਬਚਣ ਦੇ ਲਈ ਇਸ ਨੇ ਆਪਣਾ ਸਰੀਰ ਸਾਰਾ ਫਿਰ ਉੱਪਰ ਨੂੰ ਉਛਾਲ ਲਿਆ ਹਵਾ ਦੇ ਵਿੱਚ। ਹਰੀ ਛਾਲ ਸ੍ਰੀ ਗੈ ਤੇ ਉਤ ਹੋਇਓ। ਛੇਤੀ ਦੇ ਨਾਲ ਸ਼ਿਗਰੈ ਛਾਲ ਮਾਰੀ ਉਤਾਂ ਨੂੰ, ਔਰ ਛਾਲ ਮਾਰ ਕੇ ਸਤਿਗੁਰਾਂ ਦੇ ਵਾਰ ਤੋਂ ਬਚ ਕੇ ਆਸੇ ਪਾਸੇ ਹੋ ਗਿਆ, ਟਲ ਗਿਆ ਹੈ। ਜੇ ਗੁਰੂ ਜੀ ਗਇਓ ਦੂਰ ਜੋਇਓ। ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਜਿਸ ਸਮੇਂ ਵੇਖਿਆ ਵੀ ਇਹ ਜੰਗ ਦੇ ਵਿੱਚ ਦੂਰੀ ਬਣਾ ਰਿਹਾ ਹੈ ਸਾਡੇ ਤੋਂ, ਸੱਚੇ ਪਾਤਸ਼ਾਹ ਇਸ ਦਾ ਪਿੱਛਾ ਕਰਦੇ ਹੋਏ ਇਸ ਦੇ ਨੇੜੇ ਪਹੁੰਚ ਗਏ ਹਨ। ਕਰੋ ਹੋ ਗੀਦੀ ਕਹਾਂ ਜਾਣ ਪਾਵੈ। ਗਰੀਬ ਨਵਾਜ ਕਹਿਣ ਲੱਗੇ, ਇਹ ਗਿੱਦੜਾ ਖੜਾ ਹੋ, ਜੰਗ ਦੇ ਵਿੱਚ ਦੂਰ ਨਾ ਜਾ, ਸਾਡੇ ਤੋਂ ਪਾਸਾ ਨਾ ਵੱਟ, ਨੇੜਾ ਕਰ ਸਾਡਾ, ਜੰਗ ਦੇ ਨਿਯਮਾਂ ਦੇ ਮੁਤਾਬਕ ਜੰਗ ਲੜ, ਹੁਣ ਪਾਸੇ ਨਾ ਹੋ ਸਾਡੇ ਤੋਂ ਬਚਣ ਦੇ ਲਈ। ਜੈ ਵਾਰ ਮੇਰੋ ਕਹਾਂ ਲੋ ਬਚਾਵੈ। ਸਾਡੇ ਉੱਪਰ ਤੂੰ 2 ਵਾਰ ਕੀਤੇ ਐ, ਅਸੀਂ ਇੱਕ ਹੀ ਕੀਤਾ, ਸਾਡਾ ਇੱਕ ਵਾਰ ਤੇਰੇ ਉੱਪਰ ਉਧਾਰ ਰਹਿੰਦਾ, ਇਸ ਕਰਕੇ ਉਹ ਸਾਡਾ ਵਾਰ ਦੇ ਕੇ ਜਾ ਜੰਗ ਦੇ ਵਿੱਚ। ਜਿੰਨਾ ਸਮਾਂ ਅਸੀਂ ਉਹ ਵਾਰ ਨਹੀਂ ਕਰ ਲੈਂਦੇ ਉਹਨਾਂ ਚਿਰ ਪਾਸਾ ਨਾ ਵੱਟ। ਸੁਣੈ ਬੈਨ ਕੋਪਿਓ ਲਲਾ ਬੇਗ ਬੀਚੰ। ਜਦੋਂ ਐਸੇ ਬਚਨ ਸੁਣੇ ਹਨ ਲਲਾ ਬੇਗ ਨੇ, ਸਤਿਗੁਰਾਂ ਦੇ ਗੁੱਸੇ ਦੇ ਵਿੱਚ ਆਇਆ ਹੈ ਸੂਰਮਾ। ਫਿਰਿਓ ਫਿਰ ਐਸੇ ਰਿਜ ਧਾਰ ਧੀਰੰ। ਉਸ ਸਮੇਂ ਫਿਰ ਹਿਰਦੇ ਦੇ ਵਿੱਚ ਧੀਰਜ ਧਾਰ ਕੇ ਸਤਿਗੁਰਾਂ ਦੇ ਸਾਹਮਣੇ ਆ ਕੇ ਖਲੋ ਗਿਆ ਹੈ। ਭਇਓ ਸਮਾਹੇ ਜਯੋ ਬਿਖੀ ਹੋਏ ਪਾਰੋ। ਕਹਿੰਦੇ ਭਇਓ ਸਾਮੋਹੇ ਜਿਉਂ ਵਿਖੀ ਹੋਏ ਭਾਰੋ। ਜਿਸ ਤਰੀਕੇ ਦੇ ਨਾਲ ਕੋਈ ਸੱਪ ਹੋਵੇ ਜ਼ਹਿਰੀਲਾ, ਬਲਵਾਨ ਫੁਰਤੀਲਾ, ਇਸ ਤਰੀਕੇ ਦੇ ਨਾਲ ਹੁਣ ਸਤਿਗੁਰਾਂ ਦੇ ਸਾਹਮਣੇ ਆ ਕਰਕੇ ਖਲੋ ਗਿਆ ਹੈ। ਦਮੈ ਪੂਛਤੇ ਕਾਟਵੇ ਕੁਪਦਾਰੋ। ਔਰ ਜੇ ਉਸ ਦੀ ਪੂਛ ਦੇ ਉੱਪਰ ਕੋਈ ਪੈਰ ਰੱਖ ਦੇਵੇ, ਉਸ ਦੀ ਪੂਛ ਦੱਬੀ ਜਾਵੇ, ਉਹ ਕਿਸ ਤਰੀਕੇ ਦੇ ਨਾਲ ਕੱਟਣ ਦੇ ਲਈ, ਡੰਗਣ ਦੇ ਲਈ ਆਉਂਦਾ ਹੈ ਵਾਪਸ ਆਪਣਾ ਸਾਰਾ ਸਰੀਰ ਉਲਾਰ ਕੇ। ਇਉਂ ਹੀ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ
ਇਹ ਵਾਪਸ ਜੰਗ ਦੇ ਵਿੱਚ ਸਤਿਗੁਰਾਂ ਦੇ ਸਨਮੁਖ ਆ ਕੇ ਖਲੋ ਗਿਆ ਹੈ। ਪ੍ਰਹਾਰੈ ਕਿਰਪਾਨੈ ਕਈ ਵਾਰ ਕੀਨੇ। ਸ਼੍ਰੀ ਸਾਹਿਬਾਂ ਦੇ ਕਈ ਵਾਰ ਦੋਨਾਂ ਦੇ ਪਰਸਪਰ ਆਪਸਰੀ ਦੇ ਵਿੱਚ ਕਈ ਵੇਰ ਹੋਏ ਹਨ। ਤਥਾ ਸੀਗਰ ਧਾਰੇ ਗੁਰੂ ਓਟ ਲੀਨੇ। ਪਰ ਜਿਸ ਤਰੀਕੇ ਦੇ ਨਾਲ ਲਲਾ ਵੇਗ ਫੁਰਤੀ ਦੇ ਨਾਲ ਬਚ ਜਾਂਦਾ ਹੈ, ਇਉਂ ਹੀ ਗਰੀਬ ਨਵਾਜ ਸੱਚੇ ਪਾਤਸ਼ਾਹ ਵੀ ਬੜੀ ਫੁਰਤੀ ਦੇ ਨਾਲ ਇਸ ਦੇ ਵਾਰਾਂ ਤੋਂ ਆਪਣਾ ਬਚਾਅ ਕਰ ਲੈਂਦੇ ਹਨ, ਜਾਂ ਫਿਰ ਢਾਲੇ ਦੀ ਓਟ ਦੇ ਵਿੱਚ ਢਾਲੇ ਤੇ ਵਾਰ ਨੂੰ ਰੋਕ ਕਰਕੇ ਬਚਾਅ ਕਰ ਲੈਂਦੇ ਆ ਜੀ। ਹਰੀ ਹਾਥ ਬਾਵੇਂ ਵੱਡੀ ਧਾਰ ਭਾਰੀ। ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਭਾਰੀ ਭਰਕਮ ਜੋ ਢਾਲ ਹੈ ਗਰੀਬ ਨਵਾਜ ਦੀ ਆਪਣੇ ਖੱਬੇ ਹੱਥ ਦੇ ਵਿੱਚ ਉਹ ਧਾਰਨ ਕੀਤੀ ਹੋਈ ਹੈ, ਦੂਜੇ ਹਾਥ ਮਾਹੇ ਕਿਰਪਾਨੰ ਸੰਭਾਰੀ। ਔਰ ਆਪਣੇ ਦੂਜੇ ਸੱਜੇ ਹੱਥ ਦੇ ਵਿੱਚ ਤਿੱਖੀ ਸ਼੍ਰੀ ਸਾਹਿਬ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਧਾਰਨ ਕੀਤੀ ਹੋਈ ਹੈ ਜੀ। ਕਰੇ ਵਾਰ ਤਾਕਿਉ ਪ੍ਰਹਾਰੈ ਸਮਾਨਾ। ਉਸ ਸਮੇਂ ਜੰਗ ਦੇ ਵਿੱਚ ਸਾਹਮਣਾ ਕਰਦਿਆਂ ਵਾਰ ਕਰਦਿਆਂ ਲਲਾ ਬੇਗ ਨੇ ਅੰਦਾਜ਼ਾ ਲਾਇਆ ਕਿ ਐਤਕੀ ਦਾ ਜੋ ਵਾਰ ਹੈ ਗਰੀਬ ਨਵਾਜ ਸੱਚੇ ਪਾਤਸ਼ਾਹ ਮੇਰੇ ਤੇ ਥੱਲਿਓਂ ਕਰਨਗੇ, ਭਾਵ ਨਾਭੀ ਤੋਂ ਥੱਲੜੇ ਹਿੱਸੇ ਦੇ ਮੇਰੇ ਉੱਪਰ ਵਾਰ ਹੋਏਗਾ। ਕਰੀ ਓਟ ਤਾਹੰ ਲਲਾ ਵੇਗ ਜਾਨਾ। ਇਉਂ ਸਮਝ ਕਰਕੇ ਆਪਣਾ ਅੰਦਾਜ਼ਾ ਲਾ ਕੇ ਇਸਨੇ ਆਪਣੀ ਢਾਲ ਸੀ ਜਿਹੜੀ ਥੱਲੇ ਕੀਤੀ ਆ, ਥੱਲਿਓਂ ਸਤਿਗੁਰਾਂ ਦੇ ਕੀਤੇ ਹੋਏ ਵਾਰ ਤੋਂ ਬਚਾਉਣ ਦੇ ਲਈ ਕਰੇ ਦਾਵ ਕੋ ਮੈਂ ਬਚਾਵੋ ਚਹੰਤਾ। ਚਾਹੁੰਦਾ ਸੀ ਕਿ ਸਤਿਗੁਰਾਂ ਦਾ ਥੱਲਿਓਂ ਆਉਂਦਾ ਹੋਇਆ ਵਾਰ ਹੇਠਲਾ ਉਸ ਦੇ ਤਾਈ ਮੈਂ ਰੋਕ ਲਵਾਂ, ਉਹ ਮੇਰੇ ਸਰੀਰ ਤੇ ਲੱਗੇ ਨਾ। ਕਰੀ ਢਾਲੇ ਆਗੇ ਸੋ ਪੈਰੰ ਰੂਪੰਤਾ। ਆਪਣੇ ਪੈਰਾਂ ਨੂੰ ਬੜੇ ਪਰਪੱਕਤਾ ਦੇ ਨਾਲ ਰੂਪ ਕਰਕੇ ਇਉਂ ਢਾਲ ਨੂੰ ਥੱਲੇ ਕਰਕੇ ਆਪਣੇ ਪੈਰਾਂ ਦੇ ਤੁਲ ਬੈਠ ਗਿਆ ਹੈ। ਗੁਰੂ ਸੀਗਰ ਤੇ ਹਾਥ ਉੱਚੇ ਉਬਾਰਾ। ਪਰ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਇਸ ਨੂੰ ਪਹਿਲੋਂ ਵੱਡੀ ਤਿਆਰੀ ਵੇਖ ਕੇ ਮਨ ਬਦਲ ਲਿਆ ਔਰ ਫੁਰਤੀ ਦੇ ਨਾਲ ਆਪਣਾ ਵਾਰ ਵੀ ਜੰਗ ਦੇ ਵਿੱਚ ਤਬਦੀਲ ਕਰ ਲਿਆ ਹੈ। ਆਪਣਾ ਹੱਥ ਉਤਾਂਹ ਨੂੰ ਚੁੱਕਿਆ ਹੈ ਹਵਾ ਦੇ ਵਿੱਚ, ਕਰਾਂ ਚੂਲ ਬਾਹੂ ਲੱਗੀ ਜਾਏ ਤਹਾਰਾ। ਔਰ ਆਪਣੀ ਸ਼੍ਰੀ ਸਾਹਿਬ ਦੇ ਤਾਈ ਇਸ ਨੂੰ ਉੱਪਰੋਂ ਵਾਰ ਇਸ ਦੇ ਉੱਪਰ ਕਰ ਦਿੱਤਾ। ਸਤਿਗੁਰਾਂ ਦੀ ਕੀਤੀ ਹੋਈ ਸ਼੍ਰੀ ਸਾਹਿਬ ਦਾ ਵਾਰ ਇਸ ਦੀ ਧਾਰ ਹੈ ਜਿਹੜੀ ਇਸ ਦੇ ਜਾ ਕਰਕੇ ਲੱਗੀ ਹੈ। ਵਹੀ ਕੰਠ ਮੈਂ ਪਾਰ ਧੀਰੀ ਤੇ ਆਸੀ। ਔਰ ਇਸ ਦੇ ਕੰਠ ਗਰਦਨ ਦੇ ਉੱਪਰ ਇਹ ਵਾਰ ਸਤਿਗੁਰਾਂ ਦੀ ਸ਼੍ਰੀ ਸਾਹਿਬ ਦਾ ਲੱਗਿਆ। ਗਰਦਨ ਦੇ ਉੱਪਰ ਲੱਗਣ ਦਾ ਕਰਕੇ ਸ਼੍ਰੀ ਸਾਹਿਬ ਦਾ ਵਾਰ ਇਉਂ ਪਾਰ ਪੈ ਗਈ। ਕਰੇ ਕਾਟ ਸਾਬੂਨ ਕੋ ਤਾਰ ਜੈਸੀ। ਕਹਿੰਦੇ ਜਿਸ ਤਰੀਕੇ ਦੇ ਨਾਲ ਸਾਬਣ ਨੂੰ ਤਾਰ ਸੁਖਾਲੇ ਤਰੀਕੇ ਦੇ ਨਾਲ ਦੋ ਹਿੱਸਿਆਂ ਦੇ ਵਿੱਚ ਵੰਡ ਦਿੰਦੀ, ਉਸ ਤੋਂ ਪਾਰ ਪੈ ਜਾਂਦੀ ਹੈ ਸਾਬਣ ਦੇ ਵਿੱਚ ਦੀ, ਇਸੇ ਤਰੀਕੇ ਨਾਲ ਇਹ ਸ਼੍ਰੀ ਸਾਹਿਬ ਹੈ ਜਿਹੜੀ ਇਸ ਦੇ ਸਿਰ ਨੂੰ ਵੱਢ ਕਰਕੇ ਪਾਰ ਲੰਘ ਗਈ ਹੈ। ਗਿਰਿਓ ਸੀਸ ਸਿਗਰੰ ਰਹੇ ਨੈਣ ਬਾਇਓ। ਇਸ ਦੇ ਧੜ ਤੋਂ ਇਸ ਦਾ ਸਿਰ ਛੇਤੀ ਨਾਲ ਜਾ ਪਿਆ ਧਰਤੀ ਤੇ, ਔਰ ਜਿਹੜੇ ਇਸ ਦੇ ਨੇਤਰ ਸੀ ਉਹ ਅੱਡੇ ਦੇ ਅੱਡੇ ਹੀ ਰਹਿ ਗਏ, ਖੁੱਲੇ ਦੇ ਖੁੱਲੇ ਹੀ ਰਹਿ ਗਏ ਹਨ। ਮਨੋ ਸ੍ਰੀ ਫਲੰ ਬਾਇਓ ਸਾਖਾ ਗਿਰਾਇਓ। ਇਉਂ ਗਰੀਬ ਨਵਾਜ ਨੇ ਇਸ ਦਾ ਸਿਰ ਵੱਢ ਕਰਕੇ ਧਰਤੀ ਤੇ ਸਿੱਟ ਦਿੱਤਾ ਹੈ, ਇਸ ਦੇ ਧੜ ਤੋਂ ਜੁਦਾ ਕਰਕੇ। ਜਿਸ ਤਰੀਕੇ ਦੇ ਨਾਲ ਹਵਾ ਨਾਰੀਅਲ ਦੇ ਲੱਗੇ ਹੋਏ ਫਲ ਨੂੰ ਟਾਹਣੀ ਦੇ ਨਾਲੋਂ ਤੋੜ ਕੇ ਸਿੱਟ ਦਿੰਦੀ ਹੈ ਧਰਤੀ ਦੇ ਉੱਪਰ ਜੀ। ਨਾ ਮੂਡ ਰੁੰਡ ਘੁੰਮੇ ਪਰਿਓ ਹੈ। ਉਸ ਸਮੇਂ ਬਿਨਾਂ ਇਸ ਦਾ ਮੂੰਹ ਤੋਂ ਸਿਰ ਹੈ ਜਿਹੜਾ, ਸਿਰ ਤੋਂ ਬਿਨਾਂ ਇਸ ਦਾ ਜੋ ਧੜ ਹੈ ਉਹ ਧਰਤੀ ਦੇ ਉੱਪਰ ਪਿਆ ਹੋਇਆ ਹੈ। ਤਰੁ ਮੂਲ ਸ਼ੀਨੰ ਮਨੋ ਸੋ ਗਿਰਿਓ ਹੈ। ਕਹਿੰਦੇ ਇਸ ਤਰੀਕੇ ਦੇ ਨਾਲ ਜਾ ਕਰਕੇ ਡਿੱਗ ਪਿਆ ਧਰਤੀ ਦੇ ਉੱਪਰ, ਜਿਵੇਂ ਜੜ੍ਹਾਂ ਤੋਂ ਰੁੱਖ ਵੱਢਿਆ ਹੋਵੇ ਔਰ ਉਹ ਖੜਾ ਨਹੀਂ ਰਹਿ ਸਕਦਾ, ਡਿੱਗ ਪੈਂਦਾ ਹੈ, ਉੱਲਰ ਜਾਂਦਾ ਹੈ, ਇਸ ਤਰੀਕੇ ਦੇ ਨਾਲ ਡਿੱਗ ਪਿਆ ਹੈ ਜੀ। ਦੋਹਰਾ ਰਜੋ ਬਚਾਵ ਤਰੇ ਕੋ ਉਪਰ ਭਇਓ ਪ੍ਰਹਾਰ। ਇਹ ਥੱਲਿਓਂ ਵਾਰ ਬਚਾਉਂਦਾ ਰਿਹਾ ਕਿ ਸਤਿਗੁਰਾਂ ਦਾ ਵਾਰ ਥੱਲਿਓਂ ਹੋਏਗਾ ਮੇਰੇ ਤੋਂ, ਪਰ ਸਤਿਗੁਰਾਂ ਨੇ ਬਦਲ ਕੇ ਵਾਰ ਇਸ ਦੇ ਉੱਪਰੋਂ ਕਰ ਦਿੱਤਾ। ਦਾਨ ਤੇ ਆਗਮਨਿਓ ਤਿਸਤਾ ਸਤਿਗੁਰ ਅਗਰ ਨਿਹਾਰ। ਪਰ ਕਹਿੰਦੇ ਫਿਰ ਵੀ ਆਪਣੇ ਸਵਾਸ ਤਿਆਗ ਕਰਕੇ ਇਹ ਭਿਸਤ ਭਾਵ ਸਵਰਗ ਦਾ ਹੈ, ਸਵਰਗ ਦੇ ਵਿੱਚ ਇਸ ਦਾ ਵਾਸਾ ਹੋਇਆ, ਕਿਉਂਕਿ ਇਸ ਨੇ ਸਤਿਗੁਰਾਂ ਦੇ ਦਰਸ਼ਨ ਕਰਦਿਆਂ ਉਸ ਸਮੇਂ ਆਪਣਾ ਸਰੀਰ ਛੱਡਿਆ ਸੀ। ਜਦੋਂ ਇਸ ਨੂੰ ਮੌਤ ਨੇ ਗਰਸਿਆ ਸਤਿਗੁਰਾਂ ਦੇ ਦਰਸ਼ਨ ਪ੍ਰਾਪਤ ਕਰ ਰਿਹਾ ਸੀ। ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਦਾ ਲਾਭ ਇਸ ਨੂੰ ਪ੍ਰਾਪਤ ਹੋਇਆ ਹੈ। ਸਤਿਗੁਰਾਂ ਦੇ ਹੱਥੋਂ ਮਰ ਕੇ ਇਹ ਸਵਰਗ ਦੇ ਵਿੱਚ ਜਾ ਵਸਿਆ ਹੈ ਜੀ। ਇਉਂ ਇਸ ਦਾ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਵਿਨਾਸ਼ ਕੀਤਾ। ਇੱਥੇ ਪ੍ਰਸੰਗ ਦੀ ਵੀ ਸਮਾਪਤੀ ਹੈ, ਸਮੇਂ ਦੀ ਵੀ ਸਮਾਪਤੀ ਹੈ। ਇੱਥੋਂ ਤੱਕ ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੇ ਬਖਸ਼ਣੇ, ਅੱਗੇ ਤੋਂ ਸ੍ਰੇਸ਼ਟ ਮਤ ਬਖਸ਼ਿਸ਼ ਕਰਕੇ ਨਿਹਾਲ ਕਰਨਾ। ਸਮਾਪਤੀ ਹੈ ਜੀ। ਰਹਿਓ ਬਚਾਵ ਤਰੇ ਕੋ ਉਪਰ ਭਇਓ ਪ੍ਰਹਾਰ।
ਪ੍ਰਾਨ ਤਿਆਗ ਗਮਨਿਓ ਭਿਸਤ ਸਤਿਗੁਰ ਅਗਰ ਨਿਹਾਰ। ਵਾਹਿਗੁਰੂ ਜੀ ਕਾ ਖਾਲਸਾ